एक ओंकार। सतनाम करता पुरख निर्भव निर्वैर अकाल मूरत अजूनी सैभं गुरु प्रसाद। ज्ञान ध्यान किच कर्म ना जाना, नाहिन निर्मल करनी। साध संगत के अंचल लावो, बिखम नदी जाए तरनी। सतनाम वाहेगुरु साहिब जियो। एक ओंकार सतगुरु प्रसाद। राग सूही छंत महला चौथा कर दूजा। गुरमुख हर गुण गाए, हृदय रसन रसाए। गुरमुख हर गुण गाए, हृदय रसन रसाए। हर रसन रसाए मेरे प्रभ भाए, मिलिया सहज सुभाए। अनदिन भोग भोगे सुख सोवै, शब्द रह लिव लाए। वडै भाग गुरपूरा पाइयै, अनदिन नाम ते आए। सहजे सहज मिलिया जग जीवन, नानक सुन समाए। संगत संत मिलाए, हर सर निर्मल नहाए। निर्मल जल नहाए मैल गवाए, पहे पवित्र शरीरा। दुर्मत मैल गई भ्रम भागा, हऊ मैं बिनठी पीरा। नदर प्रभु सतसंगत पाई, निज कर हो आवासा। हर मंगल रस रस नरसाए, नानक नाम परगासा। अंतर रतन बिचारे, गुरमुख नाम प्यारे। हर नाम प्यारे शब्द निस्तारे, अज्ञान अंधेर गवाया। ज्ञान प्रचंड बलिया कट चानन, कर मंदर सोहाया। तन मन अर्प श्रृंगार बनाए, हर प्रभ साचे पहाया। जो प्रभ कहे सोई पर कीजै, नानक अंक समाया। हर प्रभ काज रचाया, गुरमुख वियाहन आया। वियाहन आया गुरमुख हर पाया। सातन कंत प्यारी, संत जना मिल मंगल गाए। हर जियो आप सवारी, सुर नर गण गंधर्व मिले आए। अपूर्व जंज बनाई, नानक प्रभ पाया मैं साचा। ना कदे मरे न जाई। सुर नर गण गंधर्व मिले आए, अपूर्व जंज बनाई। नानक प्रभ पाया मैं साचा, ना कदे मरे न जाई। वाहिगुरु जी का खालसा, वाहिगुरु जी की फतेह। जुगो जुगा टल
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਟਲਦੀ ਸ਼ਾਮ ਸਤਸੰਗਤ ਦਾ ਇਹ ਸਮਾਂ ਸਾਨੂੰ ਪ੍ਰਾਪਤ ਹੈ। ਆਪ ਘਰਾਂ ਥਾਵਾਂ ਤੋਂ ਗੁਰਬਾਣੀ ਕੀਰਤਨ ਨਾਲ, ਗੁਰਬਾਣੀ ਪਾਠ ਨਾਲ ਸ਼ਾਮ ਦੇ ਸਮੇਂ ਜੁੜ ਰਹੇ ਸੀ। ਹੁਣ ਸਮਾਂ ਹੈ ਗੁਰੂ ਸ਼ਬਦ ਵਿਆਖਿਆ ਦਾ। ਇਸ ਵਿੱਚ ਸੂਹੀ ਰਾਗ ਦੇ ਛੰਤ ਵਿਚਾਰੇ ਜਾਂਦੇ ਨੇ। ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ ਇਹ, ਜੋ ਆਪ ਪੜ੍ਹ ਸੁਣ ਰਹੇ ਹੋ, ਜੋ ਆਪ ਖਾਸ ਕਰਕੇ ਵਿਚਾਰ ਦੇ ਰੂਪ ਵਿੱਚ ਸਰਵਨ ਕਰ ਰਹੇ ਹੋ। ਸਾਹਿਬ ਮਹਾਰਾਜ ਜੋ ਇਸ ਪਾਵਨ ਬਚਨ ਦੇ ਵਿੱਚ ਵਿਵੇਚਨਾ, ਜਿਸ ਕਿਸਮ ਦਾ ਗਿਆਨ ਸਿੱਖਿਆ ਸਾਨੂੰ ਦੇ ਰਹੇ ਨੇ, ਇਸ ਸਮੁੱਚੇ ਸ਼ਬਦ ਦੇ ਅਸੀਂ ਪਹਿਲੇ ਦੋ ਪਦੇ ਵਿਚਾਰੇ ਨੇ। 3 ਨੰਬਰ ਬੰਦ ਤੋਂ ਵਿਚਾਰਦਾ ਅੱਜ ਅਸੀਂ ਅਗਲੇਰਾ ਪੜਾਅ ਉਹ ਸਰ ਕਰਾਂਗੇ। ਉਸ ਨੂੰ ਅਸੀਂ ਸੁਰਤ ਦੇ ਸਰੋਤ ਦੇ ਤਲ ਤੇ ਆਪਣੇ ਅੰਦਰ ਟਿਕਾਣ ਦਾ ਯਤਨ ਪਾਵਾਂਗੇ। ਬਚਨ ਬਿਲਕੁਲ ਉਸੇ ਸੀਕਵੈਂਸ ਵਿੱਚ ਨੇ। ਵਿਆਹ ਦੇ ਦ੍ਰਿਸ਼ ਦੀ ਗੱਲ ਆ, ਮਲਾਪ ਦੀ ਬਾਤ ਆ, ਜੀਵਨ ਦੇ ਇਸ ਰੂਹ ਦੇ ਪਰਮ ਰੂਹ ਤੱਕ ਸਮਾਹਿਤ ਹੋਣ, ਉਹਦੇ ਵਿੱਚ ਮਰਜ ਹੋਣ ਦੀ ਬਾਤ ਹੈ। ਅੱਜ ਦਾ ਜੋ ਬਚਨ ਹੋ ਰਿਹਾ ਪ੍ਰਾਰੰਭ, ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ ਸ਼ਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ। ਅੰਤਰ ਰਤਨ ਵਿਚਾਰੇ, ਅੰਤਰ ਰਤਨ ਵਿਚਾਰੇ, ਮਨੁੱਖ ਦੀ ਅੰਤਰੀਵ ਕੰਡੀਸ਼ਨ ਦੀ ਗੱਲ ਹੋ ਰਹੀ ਹੈ। ਖਾਸ ਕਰਕੇ ਇਹ ਮੰਨਿਆ ਗਿਆ ਕਿ ਬੰਦੇ ਦੇ ਅੰਦਰ ਕੂੜ ਤੇ ਸੱਚ ਇਕੱਠਾ ਹੀ ਹੈ। ਇਹ ਸੱਚਿਆਰ ਵੀ ਹੋ ਸਕਦਾ ਹੈ, ਕੁੜਿਆਰ ਵੀ ਹੋ ਸਕਦਾ ਹੈ। ਗੁਰੂ ਬਾਬਾ ਜੀ ਨੇ ਜਿਸ ਐਫਰਟ ਦੀ ਗੱਲ ਕੀਤੀ ਬਾਣੀ ਦੇ ਵਿੱਚ, ਜਪਜੀ ਸਾਹਿਬ ਤੋਂ ਬਹੁਤ ਸਰਲ ਭਾਵ ਵਿੱਚ ਲੈਂਦੇ ਹਾਂ। ਕਿਵ ਸੱਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਮੀਨ ਕੁਝ ਐਫਰਟ ਪਾ ਕੇ, ਕੁਝ ਯਤਨ ਕਰਕੇ ਕੂੜ ਦੀ ਪਾਲ, ਕੂੜ ਦੀ ਕੰਧ ਉਹ ਤੋੜਨੀ ਹੈ ਤੇ ਸੱਚ ਨੂੰ ਵਿੱਚੋਂ ਪ੍ਰਜਵਲਿਤ ਕਰਨਾ ਹੈ। ਇਸ ਨੂੰ ਇਸ ਲੈਵਲ ਤੇ ਲਿਆ ਜਾਏ ਕਿ ਕੂੜ ਵੀ ਅੰਦਰ ਹੀ ਹੈ, ਸੱਚ ਵੀ ਅੰਦਰ ਹੀ ਹੈ, ਤੇ ਦੋਨਾਂ ਰੂਪਾਂ ਦੇ ਵਿੱਚ ਬੰਦਾ ਆਪਣੇ ਆਪ ਤੋਂ, ਆਪਣੇ ਅੰਦਰ ਤੋਂ ਮੋਸਟਲੀ ਅਣਜਾਣ ਬੈਠਾ ਆ। ਇਹਨੂੰ ਹੀ ਅਹਿਸਾਸ, ਮਤਲਬ ਇਹ ਹੈ ਜਿਵੇਂ ਹੁਣ ਤੇ ਖੈਰ ਬਹੁਤ ਇਹਦੇ ਬਾਰੇ ਸਟੱਡੀਜ਼ ਆ ਗਈਆਂ ਨੇ, ਬਹੁਤ ਕੁਝ ਐਸਾ ਹੋ ਗਿਆ ਹੈ ਜੋ ਲੋਕ ਕੋਈ ਗੁਨਾਹ ਵੀ ਕਰਦੇ ਨੇ ਜਿਸ ਨੂੰ ਅਸੀਂ ਅਪਰਾਧ ਦੇ ਰੂਪ ਵਿੱਚ ਦੇਖਦੇ ਹਾਂ। ਮਤਲਬ ਕਈ ਵਾਰ ਦਾਨੇ ਲੋਕ ਕਹਿੰਦੇ ਨਾ ਕਿ ਵਟ ਇਜ਼ ਦ ਡਿਫਰੈਂਸ ਬਿਟਵੀਨ ਏ ਕ੍ਰਾਈਮ ਐਂਡ ਸਿਨ। ਪਾਪ ਤੇ ਅਪਰਾਧ ਦੇ ਵਿੱਚ ਫਰਕ ਕੀ ਹੈ? ਕਹਿੰਦੇ ਅਪਰਾਧ ਉਹ ਆ ਜਿਹੜਾ ਕਾਨੂੰਨ ਤੇ ਸਮਾਜ ਦੀ ਪਕੜ 'ਚ ਆ ਜਾਂਦਾ ਹੈ। ਪਾਪ ਉਹ ਆ ਜਿਹੜਾ ਉਸ ਤਰੀਕੇ ਨਾਲ ਪਕੜ 'ਚ ਨਜ਼ਰ-ਏ-ਆਬ ਨਹੀਂ ਹੁੰਦਾ। ਪਰ ਮਾੜਾਪਨ ਬਦ ਦੋਨੋਂ ਹੀ ਨੇ, ਬਦੀ ਦੋਨਾਂ ਵਿੱਚ ਹੀ ਹੈ। ਹੁਣ ਬਾਤ ਕੀਤੀ ਗਈ ਕਿ ਬੰਦਾ ਜੋ ਅਪਰਾਧ ਵੀ ਕਰਦਾ ਆ, ਸਪੋਜ਼ ਕਿਸੇ ਨੇ ਕੋਈ ਕਤਲ ਕਰਤਾ, ਚੋਰੀ ਕਰਤੀ, ਕਿਸੇ ਕਿਸਮ ਦੇ ਨਾਲ ਕੋਈ ਬਾਤ ਕੀਤੀ, ਅੱਜ ਬਾਤ ਪਤਾ ਇਹ ਚੱਲਦਾ ਹੈ ਕਿ ਉਸ ਦੇ ਤਨ ਨੂੰ ਪਨਿਸ਼ ਕਰਦੇ ਹਾਂ, ਉਸ ਨੂੰ ਇਨਪ੍ਰਿਜ਼ਨਮੈਂਟ ਕਰ ਦਿੰਦੇ ਹਾਂ। ਉਸ ਨੂੰ ਕੁਝ ਇਹੋ ਜਿਹੇ ਅਜੇ ਵੀ ਇਲਾਕੇ ਹੈਗੇ ਨੇ ਜਿੱਥੇ ਲਿਟਰਲੀ ਤੌਰ 'ਤੇ ਕੋੜੇ ਮਾਰੇ ਜਾਂਦੇ ਨੇ। ਕੋਈ ਖਿੱਤਿਆਂ ਦੇ ਵਿੱਚ ਅਜੇ ਤੱਕ ਵੀ ਬਾਂਹ ਕੱਟ ਦਿੱਤੀ ਜਾਂਦੀ ਹੈ ਚੋਰੀ ਕਰਨ 'ਤੇ ਵੀ। ਅਸੀਂ ਸੁਣਦੇ ਹਾਂ, ਅਕਸਰ ਪੜ੍ਹਦੇ ਹਾਂ ਇਸ ਕਿਸਮ ਦੀਆਂ ਚੀਜ਼ਾਂ। ਇਹ ਸਭ ਰੂਪ ਵਿੱਚ ਬਾਤ ਕੀਤੀ ਗਈ ਕਿ ਤਨ ਨੂੰ ਸਜ਼ਾ ਮਿਲੀ, ਪਰ ਤਨ ਤੇ ਸਿਰਫ ਇੱਕ ਜ਼ਰੀਆ ਬਣਿਆ। ਐਕਚੁਅਲ ਲੈਵਲ ਤੇ ਸਜ਼ਾ ਤੇ ਮਨ ਦੀ ਹੈ, ਤੇ ਮਨ ਦੇ ਪੱਧਰ ਤੇ ਉੱਥੇ ਤੇ ਸਜ਼ਾ ਹੁੰਦੀ ਕੋਈ ਨਹੀਂ। ਹਾਂ, ਉੱਥੇ ਤੇ ਇਹ ਹੈ ਉਸ ਨੂੰ ਸੁਧਾਰਿਆ ਜਾ ਸਕਦਾ, ਉਸ ਨੂੰ ਸਵਾਰਿਆ ਜਾ ਸਕਦਾ ਹੈ। ਮਤਲਬ ਇਹ ਕਿ ਜਿਹੜੀ ਉਹ ਦੁਨੀਆ ਆ ਉਹਦੇ ਵਿੱਚ ਜਿਹੜਾ ਕੂੜ ਦਾ ਪ੍ਰਤਾਪ ਵੱਧ ਗਿਆ, ਉਸ ਨੂੰ ਘਟਾ ਕੇ ਸੱਚ ਦੇ ਪ੍ਰਭਾਵ ਵਿੱਚ ਲੈ ਕੇ ਆਉਣਾ। ਇਹਦੇ 'ਚ ਵੀ ਕਿਹਾ ਗਿਆ, ਜੇ ਬੰਦਾ ਕੂੜ ਦੇ ਪ੍ਰਭਾਵ ਹੇਠ ਕੁਝ ਕਰਮ ਕਰਦਾ ਹੈ
सच की प्रज्वलना होंदी है तो उन्होंने एहसास करता है। फिर जिहड़ा रिमोर्सफुल होना आ, जिहड़ा अंदर पश्चाताप का एक रंग आना आ, वो फिर बंदे नूं सही रूप में पनिशमेंट वाले पासे लैके जाता, वो पनिश करता उस तरीके दे नाल। साडी एक नामवर लिखारण है पंजाबी जबान की, वो पार्टीशन तो बाद जदों दोनों साइडों तो कुछ लोग इंटलैक्चुअल खास करके लिखारी वगैरह आए, इधर उधर आउण लगे, मिलण लगे, कुछ इस किस्म का आदान प्रदान होया, लिटरेचर का, कुछ साहित्य सभावां का, कुछ सांस्कृतिक जिहड़े कल्चरल प्रोग्राम्स होंदे ने इस किस्म के सभ्याचारक रूप दे विच। तो कहंदी वो दिल्ली रहिंदी सी ते ओहदा कोई दोस्त उस पासों वो आया तो उसने जदों रेलवे स्टेशन तो खास करके रिक्शा करके उन्होंने अपने घर तक ले जाना किया। जो रिक्शे तो उतरिया वो शख्स तो रस्ते जांदे रिक्शे वाले नाल गल्लां बातां करदा, रिक्शे वाला दसदा है मैं पार्टीशन तो पहला लाहौर के नेड़े रहिंदा सीगा, मेरी फैमिली इस तरीके नाल ज़ाया हो गई, इस किस्म दी बातां कीतियां ने सारियां। जो उतरिया तो उसने क्या कि हाँ भाई किन्ने मतलब तेरा फेयर कितना होया, तेरा अमाउंट कितना आया, तो बहुत थोड़ा जिहा सीगा, लैस दैन ₹1 कुछ पैसों के विच उन्हें कहा। तो जो ये गल कही तो जी कवित्री सी जी लिखारन सी वो कहती नो नो इट्स वेरी हाई प्राइस, मतलब तू बहुत ज़्यादा चार्ज कर रहा है, तो इन्ने तो नहीं देने चाहिए। तो वो लिखारी सीगा उस शख्स ने उन्हें पैसे कढ़न की बजाय एक सालम रुपया कढ़ के उन्होंने देता। वो उस लिखारी को पुछदी भी एवें क्यों कर रहे हो, कहते नहीं प्लीज़ तुसी जाओ, उन्होंने रिक्शे वाले तोरिया तो वो पुछदी भी तू एवें क्यों किया। वो कहता तेनों नहीं पता हैगा, असल में जिन्ने लोग उस खिते तो इधर आए ने, मैं ये समझदा हाँ उन्हां दे प्रति मेरी एक बहुत बड़ी देनदारी है। वो कहती भी इन जनरल ये गल कर रहे इस तरीके नाल। वो कहते नहीं नहीं सच ये है, ये बात मैं नहीं कर रहा, मेरे बजुर्गों ने मैनू दसिया जिन्हों ने इन्हां ते जुल्म किए, जिन्होंने बहुत सारे कतल किए, बहुतियां दी जायदादां ते कब्जा किया, मुड़ के जो पछतावे उस एहसास से गए, वो कहते सी किवें पे बैक करांगे हुण सारा कुछ। वो कहना कोई किते मौका चांस बनता है मैं करदा, तो इसका मतलब ये नहीं कि वो नजिठे गए, पर मेरे अंदर वह पछतावा फिर लिखिया बकायदा तौर पर। कहती किड्डी वड्डी सजा आ, पहली मुलाकात हो रही है, मैं उसनों बड़े हायर लैवल पर सोचती हाँ, मैं वो बारे, वो खुद इस चीज़ को मन रहा, अपने आप को आप दस रहा, पनिश कर रहा है। सो ये है कूड़, इसका प्रभाव बंदे के जीवन के विच रहिंदा है, कई बार उम्रां तक रहिंदा आ, पर जे बंदा थोड़ी एफर्ट पावे सच भी निकल आउंदा आ। इसलिए गुरु बाबा जी ने कहा सीगा ये द्वंद आ, एक तरह दे नाल बंदे दे अंदर एक डुअलिटी की जंग चल रही है। एक पासे कूड़ प्रभावित करता है, कूड़ अंदर लगातार प्रभावशाली करके रहिंदा आ, दूसरे पासे किते ना किते सच भी पिया हुंदा। उस सच नूं उजागर प्रगट उसनूं उस लैवल ते एहसास विच लैके आउणा ताकि कूड़ दी पाल दे विचों बाहर निकल आवे। इत्थे गुरु साहब ने कहा अंतर रतन विचारे। हुण देखो रतन नूं विचारना, रतन मीन प्रीशियस, बहुत कीमती, जिन्हों कहा जाए कि हाईली वैल्यूबल। मतलब हाईली वैल्यूबल की होएगा विचारां दे पद्धर तो, जो विचार ये कहती है कि मतलब आले दुआले नूं ठगी लाओ, चोरी करो, झूठ बोलो, किसी का नुकसान करो, ये तो वैल्यूबल राय नहीं गा। यूनीवर्सल क्राइटेरिया च देखांगे असी, ये तो पता लगेगा ये तो बर्बादी वाली चीज़ है, ये तो माड़ी चीज़ है, तो गलत बात आ। फिर हायर लैवल की चीज़ केड़ी होएगी, बड़ी वैल्यूबल चीज़ केड़ी होएगी। भगत फरीद जी के बचन पढ़ते हैं, फरीदा बुरे दा भला कर, ये हायर वैल्यू वाली चीज़ है। गुस्सा मन ना हंडाए, परका बुरा न राखे चीत, तिसको दुख नहीं पाई मीत, ये हायर लैवल की गल है। पराया बुरा ही चेते च नहीं रखना, मतलब ये चीज़ एहसास कितनी कमाल की चीज़ आ। हुण ये रतन विचारे है, इस तरीके की चीज़ लैके आउणी, इनू होर सरल कर दईए। भगत फरीद जी के बचन असीं पढ़ते हैं, आप सवारें मैं मिलां,
ਹੁਣ ਆਹ ਜਿਹੜੀ ਚੀਜ਼ ਆ ਇਹ ਬੜੀ ਹਾਇਰ, ਇਹ ਰਤਨ ਵਿਚਾਰੇ ਹੈ, ਇਹ ਹੈ ਜਿਹਦੇ ਸਦਕਾ ਬੰਦਾ ਸੱਚ ਦੇ ਨੇੜੇ ਜਾ ਸਕਦਾ ਆ। ਇਹੋ ਜਿਹੇ ਵਿਚਾਰ, ਇਹੋ ਜਿਹੇ ਵਿਚਾਰਾਂ ਦੇ ਸੋਰਸ, ਉਹਨਾਂ ਨੂੰ ਬਿਲਕੁਲ ਅੰਤਰੀਵ ਲੈ ਜਾਣਾ, ਤੇ ਇਹ ਵੀ ਇੱਕ ਅਲਟੀਮੇਟ ਰਿਐਲਿਟੀ ਦੀ ਤਰ੍ਹਾਂ ਹੀ ਗੱਲ ਆ। ਜੇ ਸੱਚ ਨੂੰ ਬਾਹਰੋਂ ਪੜ੍ਹਦੇ ਹੋ, ਤੁਹਾਡੇ ਅੰਦਰ ਉਸ ਸੱਚ ਦੇ ਪ੍ਰਤੀ ਹਾਮੀ ਵੀ ਭਰੀ ਜਾਂਦੀ ਹੈ। ਇਹ ਯੂਨੀਵਰਸਲ ਟਰੂਥ ਆ, ਇਹਦੇ 'ਚ ਕੋਈ ਕਿਸੇ ਕਿਸਮ ਦੇ ਨਾਲ ਦੋ ਰਾਵਾਂ ਨਹੀਂ ਹੈਗੀਆਂ। ਸਪੋਜ਼ ਇਹਨੂੰ ਸਰਲ ਭਾਵ ਵਿੱਚ ਬਾਤ ਕਰ ਲਈ ਜਾਏ, ਮੈਂ ਬੀਤੇ 2 ਰੋਜ਼ ਪਹਿਲਾਂ ਹੀ ਕੋਈ ਸੱਜਣ ਦੇ ਨਾਲ ਇਨਵੋਲਵ ਸੀਗਾ, ਤੇ ਗੱਲਬਾਤ ਹੋ ਰਹੀ ਸੀਗੀ ਵਰਕ ਪਲੇਸ ਦੇ ਉੱਤੇ ਕੁਝ ਐਥਿਕਸ ਨੂੰ ਫੋਲੋ ਕਰਨ ਦੀ। ਕੁਝ ਇਹੋ ਜਿਹਾ ਐਕਟ ਹੋ ਗਿਆ ਜਿਹੜਾ ਇਨ ਜਨਰਲ ਸੈਂਸ ਦੇ ਵਿੱਚ ਤਾਂ ਨੋਰਮਲ ਸੀਗਾ, ਪਰ ਜਦੋਂ ਅਸੀਂ ਐਥਿਕਸ ਦੀ ਸਾਈਡ ਤੋਂ ਦੇਖਦੇ ਆ ਤਾਂ ਉਹ ਅਨਐਥਿਕਸ ਸੀਗਾ ਵਰਕ ਪਲੇਸ ਦੇ ਉੱਤੇ। ਉਹਦੇ ਨਾਲ ਉਸ ਨੂੰ ਪਹਿਲੇ ਲੈਵਲ 'ਤੇ ਆਪਣੇ ਆਪ ਦੇ ਵਿੱਚ ਬੜੀ ਪਰੇਸ਼ਾਨੀ ਆਈ। ਫਿਰ ਮੁੜ ਕੇ ਡੈਫੀਨੇਟਲੀ ਕੈਰੀਅਰ ਸਾਈਡ ਤੋਂ ਵੀ ਉਹਨੂੰ ਉਸ ਗੱਲ ਦਾ ਨੁਕਸਾਨ, ਉਸ ਗੱਲ ਦਾ ਸੇਕ ਝੱਲਣਾ ਪੈ ਰਿਹਾ ਸੀਗਾ। ਜਦੋਂ ਇਸ ਤਰੀਕੇ ਦੀ ਬਾਤ ਹੋ ਰਹੀ ਸੀ ਤਾਂ ਉਹ ਖੁਦ ਸੱਜਣੇ ਬਾਤ ਕਹਿੰਦਾ ਵੈਨ ਇਟ ਵਾਜ਼ ਹੈਪਨਿੰਗ ਸਮਵੇਅਰ ਇਨ ਮਾਈ ਮਾਈਂਡ ਅ ਵੋਇਸ ਵਾਜ਼ ਕਮਿੰਗ ਐਂਡ ਦੈਟ ਵੋਇਸ ਵਾਜ਼ ਟੈਲਿੰਗ ਮੀ ਸਮਥਿੰਗ ਇਜ਼ ਫਿਸ਼ੀ ਓਵਰ ਹੇਅਰ। ਇਹਦਾ ਮਤਲਬ ਸੱਚ ਤੇ ਸੀਗਾ, ਬੋਲ ਵੀ ਰਿਹਾ ਸੀਗਾ ਉਹ, ਪਰ ਆਪਾਂ ਅਵੋਇਡ ਕਰ ਦਿੱਤਾ, ਆਪਾਂ ਸੁਣਿਆ ਹੀ ਨਹੀਂ ਗਾ। ਜੇ ਅੰਦਰ ਦੇ ਉਸ ਥਾਟ ਨੂੰ ਬੰਦਾ ਅਵੋਇਡ ਕਰ ਦੇ, ਬੰਦਾ ਸੁਣੇ ਨਾ, ਚਲੋ ਠੀਕ ਹੈ, ਕਿਸੇ ਸਮਹਾਓ ਬੰਦਾ ਸੁਣਦਾ ਨਹੀਂ ਗਾ, ਪਰ ਜੇ ਬਾਹਰੋਂ ਵੀ ਉੱਚੀ ਉੱਚੀ ਆਵਾਜ਼ ਉਹਦੀ ਆ ਰਹੀ ਹੈ, ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਆਪਾਂ ਕਈ ਵਾਰੀ ਇਸ ਤਰ੍ਹਾਂ ਦੇ ਸ਼ਬਦ ਵਿਚਾਰੇ ਨੇ। ਇਸੇ ਹਾਜ਼ਰੀ ਸ਼ਾਇਦ ਅਸੀਂ ਬਾਤ ਪਾ ਰਹੇ ਸੀਗੇ ਕਿ ਇਹ ਕੁਟੁੰਬ ਤੁਝੇ ਦੇਖਦਾ ਚੱਲੇ ਨਾਹੀਂ, ਤੇਰੇ ਨਾਲ ਹੈ ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੋਤਾਈ ਹੈ। ਭਈਆ ਇਹੋ ਜਿਹਾ ਕੰਮ ਮੂਲੋਂ ਹੀ ਨਹੀਂ ਕਰਨਾ ਜਿਹਦੇ 'ਚ ਅਖੀਰ ਸਵਾਏ ਪਛਤਾਵਿਆਂ ਤੋਂ ਕੁਝ ਵੀ ਝੋਲੀ ਵਿੱਚ ਨਾ ਪਵੇ। ਬੰਦੇ ਦੇ ਅੰਦਰ ਇਹ ਰਾਏ ਆਉਣੀ ਚਾਹੀਦੀ ਹੈ। ਜੇ ਅੰਦਰ ਰਾਏ ਨਹੀਂ ਆ ਰਹੀ, ਬਾਹਰੋਂ ਇਹ ਰਾਏ ਮਿਲ ਰਹੀ ਹੈ, ਸ਼ਬਦ ਦੇ ਰੂਪ ਵਿੱਚ, ਸੰਦੇਸ਼ ਦੇ ਰੂਪ ਵਿੱਚ, ਬਚਨ ਦੇ ਰੂਪ ਦੇ ਵਿੱਚ, ਮਤਲਬ ਇਹ ਉਸ ਅੰਦਰ ਦੀ ਆਵਾਜ਼ ਜਿਹੜੀ ਦਬਾ ਦਿੱਤੀ ਜਾਂ ਜਿਹੜੀ ਅਣਸੁਣੀ ਕਰ ਦਿੱਤੀ, ਉਸ ਨੂੰ ਇੱਕ ਆਵਾਜ਼ ਹੋਰ ਮਿਲ ਗਈ। ਜਿਵੇਂ ਸਪੋਜ਼ ਕਰੋ ਅਸੀਂ ਕਈ ਵਾਰੀ ਸ਼ਬਦ ਪੜ੍ਹਦੇ ਹਾਂ, ਰੰਨਾਂ ਹੋਈਆਂ ਬੋਦੀਆਂ ਪੁਰਸ਼ ਹੋਏ ਸਯਾਦ। ਸਯਾਦ ਕਹਿੰਦੇ ਸ਼ਿਕਾਰੀ ਨੂੰ। ਇਹ ਮੰਨਿਆ ਗਿਆ ਕਿ ਇੱਕ ਰਿਲੇਸ਼ਨਸ਼ਿਪ, ਕਿਉਂਕਿ ਹਸਬੈਂਡ ਵਾਈਫ ਦੀ ਗੱਲ ਵੀ ਇਸ ਇਹਨਾਂ ਸ਼ਬਦਾਂ 'ਚ ਹੁੰਦੀ ਇਸ ਤਰੀਕੇ ਦੇ ਨਾਲ, ਉਹਦੇ 'ਚ ਇਹ ਹੈ ਕਿ ਹਸਬੈਂਡ ਕੁਝ ਗਲਤ ਕੰਮ ਕਰਨ ਦਾ ਧਾਰਨ ਕਰਦਾ ਵੀ ਆਹ ਕੰਮ ਕਰ ਦਿੱਤਾ ਜਾਏ, ਪਰ ਇਹ ਮੰਨਿਆ ਗਿਆ ਬੰਦਾ ਇਕੱਲਾ ਕਈ ਵਾਰ ਨਿਰਣਾ ਨਹੀਂ ਬਣਾ ਪਾਉਂਦਾ, ਡਰ ਲੱਗਦਾ ਹੈ, ਸਹੀ ਵੀ ਅਤੇ ਗਲਤ ਵੀ ਹਰ ਰੂਪ ਦੇ ਵਿੱਚ। ਉਹਨੂੰ ਇੱਕ ਸੈਕਿੰਡ ਓਪੀਨੀਅਨ ਚਾਹੀਦਾ ਹੁੰਦਾ ਹੈ। ਉਸ ਓਪੀਨੀਅਨ ਨੂੰ ਕੋਈ ਸੈਕੰਡਰੀ ਲੈਵਲ 'ਤੇ ਕੋਈ ਜਿਹੜਾ ਹੈਗਾ ਉਸ ਨੂੰ ਯੈਸ ਜਾਂ ਨੋ ਕਹੇ, ਫਿਰ ਬਾਤ ਬਣ ਆਉਂਦੀ ਹੈ। ਬੰਦਾ ਸਯਾਦ ਹੋ ਗਿਆ, ਉਹ ਕਹਿੰਦਾ ਕਿ ਮੈਂ ਕੁਛ ਇਸ ਕਿਸਮ ਦਾ ਜਿਹੜਾ ਹੈ ਸ਼ਿਕਾਰ ਖੇਡਣਾ ਆ, ਅਤੇ ਜਿਹੜੀ ਔਰਤ ਆ, ਮਤਲਬ ਪੰਜਾਬੀ ਦਾ ਲਫ਼ਜ਼ ਹੈ ਪਿਓਰ ਰੰਨ, ਉਸਨੇ ਕੀ ਕੀਤਾ, ਉਸਨੇ ਉੱਥੇ ਬੋਦੀ ਲਾਤੀ, ਨਿਸ਼ਾਨੀ ਲਾਤੀ, ਟਿਕ ਮਾਰ ਕਰਤਾ ਵੀ ਯੈਸ ਦੈਟ ਇਜ਼ ਦ ਟਰੂ, ਇਹ ਜ਼ਰੂਰ ਕਰਨਾ ਚਾਹੀਦਾ ਹੈਗਾ। ਉੱਥੇ ਸੀਲ ਸੰਜਮ ਕਿੱਥੇ ਬਚੇਗਾ, ਉਹ ਪਰਿਵਾਰ ਕਿਵੇਂ ਬਚੇਗਾ? ਜਿਨਨੇ ਸੈਕਿੰਡ ਓਪੀਨੀਅਨ ਦੇਣਾ ਸੀ, ਐਡਵਾਈਜ਼ ਕਰਨਾ ਸੀਗਾ, ਕੋਈ ਪਾਰਟਨਰ ਦੋਵਾਂ ਦੇ ਵਿੱਚੋਂ ਇਸ ਰੂਪ ਦੇ ਵਿੱਚ ਆਵੇ, ਇੱਕ ਨੇ ਗਲਤ ਕਰਨ ਦਾ ਧੱਈਆ ਕੀਤਾ, ਦੂਸਰੇ ਨੇ ਉਸ ਨੂੰ ਉਹਦੇ ਵਿੱਚ ਸਪੋਰਟ ਕੀਤਾ, ਵਿਚਾਰ ਰਾਏ ਹਾਂ ਕਹਿ ਕੇ ਉਸ ਨੂੰ ਇਸ ਤਰੀਕੇ ਨਾਲ ਐਡਵਾਈਜ਼ ਕਰਕੇ, ਜੋ ਪਹਿਲਾ ਕਰਨਾ ਚਾਹੁੰਦਾ ਹੈ, ਦੂਸਰਾ ਉਹਦੀ ਰਾਏ ਨੂੰ ਤਬਦੀਲ ਕਰ ਦੇਵੇ, ਵਿਚਾਰ ਦੇ ਕੇ, ਖਿਆਲ ਦੇ ਕੇ। ਹੋਏਗਾ ਕਿ ਜਿਵੇਂ ਆਪਾਂ ਸ਼ਬਦ ਵਿਚਾਰ ਰਹੇ ਸੀ ਬੀਤੇ ਗੱਲ ਹੀ ਸ਼ਾਇਦ, ਕਿ ਵਿਲੰਬ ਪਾਪੰਗ, ਪਾਪ ਹੋਣ ਲੱਗਾ ਸੀਗਾ, ਵਿਲੰਬ ਪੈ ਗਿਆ, ਦੇਰੀ ਪੈ ਗਈ, ਥੋੜ੍ਹੀ ਜਿਹੀ ਦੇਰੀ ਬਚਾ ਗਈ ਉਸ ਚੀਜ਼ ਤੋਂ। ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਜਿਵੇਂ ਕਹਾਣੀ ਨੂੰ ਰੂਪ ਵਿੱਚ ਬਾਤ ਕਹਾਂ, ਇੱਕ ਬ੍ਰਿਤਾਂਤ ਦੇ ਰੂਪ ਵਿੱਚ, ਇੱਕ ਸਿੱਖਿਆ ਦੇ ਰੂਪ ਦੇ ਵਿੱਚ। ਆਪ ਨੇ ਕਦੀ ਦੇਖਿਆ ਹੋਏਗਾ ਕਿ ਪੰਜਾਬ ਦੀ ਫਿਜ਼ਾਂ ਦੇ ਵਿੱਚ ਖਾਸ ਕਰਕੇ ਉੱਥੇ 2 ਤਰ੍ਹਾਂ ਦੇ ਪੱਥਰ ਤੁਹਾਨੂੰ ਜ਼ਮੀਨ ਵਿੱਚ ਗੱਡੇ ਮਿਲ ਜਾਣਗੇ। ਇੱਕ ਲਾਲ ਰੰਗ ਦੇ ਛੋਟੇ ਪੱਥਰ,
एक खास करके सलेटी जिहड़ा है ग्रे कलर दे पत्थर या वाइटिश या ग्रेश जे कलर के जिहड़े पत्थर होंदे ने वड्डे वड्डे, जिहड़े लोग थोड़ा बहुता खेती जमीन नाल जुड़े ने या थोड़ा उत्थों दे जियोग्राफिकल एरिए नूं जानदे ने या जियो नॉलेज रखते हैं उहदी बाबत, उन्होंने पता है कि एक तो पत्थर है लाल रंग का जिहड़ा मुरब्बा बुरजी कहते हैं 25-25 एकड़ के मुरब्बे बनाए सी। ये सारा ब्रिटिश का काम सीगा, ब्रिटिश स्कॉटिश इंजीनियर्स ने ये सारी लैंड नूं बिल्कुल इस तरीके दे नाल जिहड़ा हैगा वो मपाइश करके उत्ते फिर टैक्स लगाया, तो जिथों फिर सारा रेवन्यू जनरेट करके सारी कलोनी जिहड़ी है नवीं तरीके नाल वसाया, तो ये चो वड्डी इहदी एक्सप्लोटेशन करके फाइनैशियली इस तो फिर समान चक के लिया के अपने मुल्क से अपने सैल्फ इंटरस्ट नूं फुलफिल किया। दूसरी उन्होंने वड्डी जिहड़ी बुरजी लगाई वो लगाई कि किसी पिंड की जिहड़ी जू होंदी है सीम बाउंड्री लाइन इत्थों की लैंड इत्थे एंड होंदी है, सो उस तरीके दे नाल उत्थे लगाई गई। खैर जिहड़ी मैं बात करन लगा आ साडे मैनूं इत्थे एक बजुर्गां ने खुद ही सुनाई ये बात। वो कहते कि गल ये है कि उत्थे एक इमारत बनी कुछ जगह के उत्ते उत्थे बैठे बात सुनाते, कहते इत्थे ना फिलहाल तो साडा पिंड जिहड़ा इत्थे मिलदा ते इत्थे सीम बुरजी लगी सी पत्थर दी, काफ़ी वड्डा पत्थर सीगा। तो कहते जो इत्थे असी जगह खुदाई करके इत्थे गुरुद्वारा साहब की इमारत बनाउण लगे तो पट्टी असी इत्थों पट के साइड ते रखी सीगी। तो उन्हां दिनां च कुछ उन्हां 5-4 शरीरां दा नाम लिया कि आ शरीर जिहड़ा हैगा भलवानी करदा सी, कहंदे मैं भी भलवानी करदा सीगा। शाम पै रही है तो शाम पैंदियां उत्थे बाई चांस आपस में गल्लां करदे उस बुरजी के कोल बैठे आए, ये शर्त लग गई कि जिहड़ा शख्स इस बुरजी नूं चुक के उपर इस तरीके नाल बाला उठा के कर देगा, मतलब बावां दे नाल बिल्कुल उपर जिहड़ा हैगा बल कर देगा उहदा, उसनूं शायद 1 टीन या 2 टीन घ्यो दे दिते जाणगे। इस किस्म की कंडीशन शर्त लगी गई, इस तरीके से बैठ की गई उत्थे। खैर वो सारे तैयार पर थोड़ा बहुता बिचों हैजीटेट भी करन यकन भी थोड़ा जिहा। वो 1-2 सज्जन कहते शाम पै गई हुण खैर शरीर गर्म करदे में टाइम लगेगा क्योंकि कुछ थोड़ा बहुती वर्जिश करके थोड़ा बहुत एक्सरसाइज करके चकांगे ना, एकदम तो चक नहीं सकते। एक काम करते हैं कल नूं करते हैं, ठीक है जी सवेरे टाइम रख लिया तो आवांगे इस तरीके दे नाल। वो बजुर्ग जिहड़े दस रहे वो कहिंदे भी मैं घर चला गया जाके खाना वगैरह खा लिया मंजे ते पै गई, नींद ना आवे भी शर्त तो सारिਆਂ ਦੇ सामने मैं भी मन लई दूजिया भलवानां दे विच ते दूजे भलवान ही मेरे वर्गे ने, पर हो सकदा तगड़े होण, जो चक के मेरे तो चक्की ना गई तो बहुत बेइज्जती होएगी। आप एक काम करते हाँ क्यों ना एक बार ट्राई कर लीए जाके, जे ते चक ली तो फिर सवेरे भी जाके चक लांगे, अदरवाइज सवेरे आप जावांगे नहीं किते सज्जे खब्बे निकल जाएंगे। खैर इहो जिहा बात करके अद्धी रात तक इन्ने मंजे ते पिया रहा। अद्धी रात तो बाद जो सारा टिक टका हो गया उठ के तुर पिया, बचा के नज़र कोई वेख ना लवे। हौली हौली करके बिल्कुल उस जगह के नेड़े जा रहे हैं। जिमें जिमें उस जगह के नेड़े जा रहे हैं तो की देखदा हाँ कि मैनू आवाज़ आ रही है। आवाज़ कहो जी है जिमें कोई मतलब जिन्होंने पंजाबी च हूंगण की आवाज़ कहने, जिमें कोई जोर लगा रहा तो बड़ा औखा आया इस किस्म के नाल। खैर वो करद्या कराउंदे जो बिल्कुल बुरजी के नेड़े गया तो मेरा अपना ही मित्र पहलवान वो उस बुरजी के थले दबिया। जो मैं ना लैके आवाज़ दी तो उन्हें अगों हाँ की, उन्हें मैनू पूछया, मैं क्या हाँ भाई। तो वह कहता कि सज्जना मेरी मदद कर, वेना कि बड़ा मुश्किल फस गया थले उत्ते डिग गया पत्थर। खैर उन्हें कहता मैं हैल्प करके चकाया, साइड पर रखा, उठ पिया। उठ के उन्हें अपने आप को झाड़िया तो झाड़ के कहता भी गल है भी मित्र है अपना, तो मैं बाई चांस ट्राई करना है इस गल की, तो भारी बहुत चक्की नहीं गई, तो हुण एक काम करी आप सवेरे दसी ना किसी को। जो ये फिर मतलब चर्चा होएगी, वो कहता सज्जना तू गल करदा है, मैं तेन सच्ची दसा मैं इत्थे फसे होना सी थले जे तू ना हुंदा ते। वो कहता मतलब, कहता मैं भी इसे वास्ते आया सीगा। हुण जिहड़ी आ चीज़ आ एक्चुअल लैवल ते जे बंदा देखे, वो कहता है हकीकी रूप में गल ये हुई मेरे तो पहला कोई स्टक हो गया, इस करके मेरे उसदे च स्टक होने दे च विलम देरी लग गई। सिक्ख्या इस तरह भी ली जाती है। अदरवाइज कहता हुण मैं तेनू देख लिया इत्थे
ਸੱਚਾਈ ਇਹ ਹੈ ਤੂੰ ਇੱਥੇ ਆ ਕੇ ਕੰਮ ਕੀਤਾ, ਇਹਦੇ ਨਾਲ ਮੈਨੂੰ ਦੇਰੀ ਲੱਗੀ, ਨਹੀਂ ਤੇ ਅਦਰਵਾਈਜ਼ ਮੈਂ ਸਟਕ ਹੋਣਾ ਸੀਗਾ। ਦੇਖੋ ਜਿਹੜਾ ਰਤਨ ਵਿਚਾਰ ਹੈ ਨਾ, ਇਹ ਆਲੇ ਦੁਆਲੇ ਨੂੰ ਓਬਜ਼ਰਵ ਕਰਨਾ ਆ, ਵੇਖਣਾ ਆ। ਐਸਾ ਕੰਮ ਮੂਲੇ ਨਾ ਕੀਚੇ, ਜਿਹੜਾ ਇਹੋ ਜਿਹਾ ਕੰਮ ਕਰਨਾ ਹੀ ਨਹੀਂਗਾ। ਤੇ ਕਰਾਂਗੇ ਕਦੋਂ? ਨਹੀਂ ਜਦੋਂ ਆਲੇ ਦੁਆਲੇ ਨੂੰ ਵੇਖਾਂਗੇ, ਜਦੋਂ ਆਲੇ ਦੁਆਲੇ ਨੂੰ ਅੱਖਾਂ ਖੋਲ ਕੇ ਦੇਖਣ, ਨਜਿੱਠਾਂਗੇ ਭਾਈ ਕੀ ਹੋ ਰਿਹਾ ਕੀ ਨਹੀਂ। ਗੁਰੂ ਕਹਿੰਦਾ ਆ ਵਿਵੇਕ ਦਾ ਇਸਤੇਮਾਲ ਕਰ। ਆਲੇ ਦੁਆਲੇ ਹੁੰਦੇ ਅਮਲ ਚੰਗੇ ਮਾੜੇ, ਉਹਨਾਂ ਦੇ ਸਿੱਟੇ, ਜਿਹੜਾ ਜਿੰਨੀ ਕਮੀ ਨਾ ਹੈ ਗੁਣ। ਹੁਣ ਇਹ ਚੀਜ਼ਾਂ ਜਿਹੜੀਆਂ ਬੰਦੇ ਦੇ ਜ਼ਿਹਨ ਵਿੱਚ ਅੰਦਰ ਚਲੀਆਂ ਜਾਣ, ਵੇਖੇ ਦੂਜਿਆਂ ਨੂੰ, ਆਹ ਕੰਮ ਕਰਕੇ ਕਿਸੇ ਨੂੰ ਗੁਣ ਪ੍ਰਾਪਤ ਹੋਇਆ, ਆਹ ਕੰਮ ਕਰਕੇ ਵਡਿਆਈ ਪ੍ਰਾਪਤ ਹੋਈ, ਇਹਦੇ ਵਿੱਚੋਂ ਕੋਈ ਚੰਗੀਰਾ ਜੀਵਨ ਦਾ ਆਚਾਰ ਪੈਦਾ ਹੋਇਆ, ਸੁਖ ਪੈਦਾ ਹੋਇਆ, ਭਾਈ ਇਹ ਰੂਪ ਆ, ਇਹ ਰਤਨ ਆ, ਇਹ ਐਕਚੁਅਲ ਲੈਵਲ ਤੇ ਇੱਕ ਪ੍ਰੀਸ਼ੀਅਸ ਥਾਟ ਆ। ਜੇ ਅੰਦਰ ਨਹੀਂ ਵੀ ਹੈਗਾ ਨਾ, ਗੁਰੂ ਦੇ ਰਿਹਾ, ਗੁਰੂ ਤੋਂ ਲੈ ਲੈ ਤੇ ਫਿਰ ਉਹਨੂੰ ਵਿਚਾਰੀ। ਵਿਚਾਰ ਦਾ ਮਤਲਬ ਇਹ ਹੁੰਦਾ ਹੈ ਜਿਹੜੀ ਚੀਜ਼ ਨੂੰ ਤੁਸੀਂ ਵਿਚਾਰਦੇ ਹੋ ਉਹਦੇ ਬਾਬਤ ਤੁਸੀਂ ਸੋਚਦੇ ਵੀ ਹੋ, ਤੁਸੀਂ ਉਸ ਦੇ ਬਾਬਤ ਅੰਦਰ ਆਪਣੇ ਥਾਂ ਵੀ ਬਣਾਉਂਦੇ ਹੋ, ਤੇ ਅਲਟੀਮੇਟਲੀ ਉਸ ਨੂੰ ਆਪਣੀ ਸੁਰਤ ਦੀ ਉਸ ਪੋਕਟ ਵਿੱਚ ਪਾ ਲੈਂਦੇ ਹੋ ਜਿਹਦੇ ਵਿੱਚ ਤੁਹਾਨੂੰ ਯਾਦ ਰਹਿੰਦੀ ਉਹ ਚੀਜ਼। ਜਦੋਂ ਕਿਤੇ ਲੋੜ ਪਏ ਉਹ ਅੰਦਰੋਂ ਆਵਾਜ਼ ਮਤ ਬਣ ਕੇ ਆਉਂਦੀ ਹੈ, ਅਕਲ ਬਣ ਕੇ ਆਉਂਦੀ ਹੈ, ਤੁਹਾਨੂੰ ਸਮਝਾਉਂਦੀ ਤੇ ਦਰਸਾਉਂਦੀ ਹੈ। ਗੁਰੂ ਸਾਹਿਬ ਨੇ ਇੱਥੇ ਬਾਤ ਕੀਤੀ, ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ। ਤੇ ਇਹ ਰਤਨ ਵਿਚਾਰ ਜਿਹੜਾ ਆ, ਜਿਹੜਾ ਅੰਤਰ ਆਤਮੇ ਦੇ ਵਿੱਚ ਉਸ ਤਰੀਕੇ ਨਾਲ ਆਇਆ ਆ, ਉਹਨੇ ਕਿਹਾ ਗੁਰੂ ਅਨੁਸਾਰੀ ਹੋ ਕੇ ਨਾਮ ਨਾਲ ਪਿਆਰ ਪਾਉਣਾ ਆ। ਅਗਲੀ ਲਾਈਨ ਵੀ ਨਾਲ ਲੈ ਲੈਂਦੇ ਆ, ਹਰ ਨਾਮ ਪਿਆਰੇ ਸ਼ਬਦ ਨਿਸਤਾਰੇ, ਅਗਿਆਨ ਅੰਧੇਰਾ ਗਵਾਇਆ। ਅਗਿਆਨ ਅੰਧੇਰ ਗਵਾਇਆ, ਅਗਿਆਨਤਾ ਦਾ ਹਨੇਰਾ ਜਿਹੜਾ ਹੈਗਾ ਉਹ ਖਤਮ ਹੋ ਗਿਆ। ਹੁਣ ਇਹਦੇ 'ਚ ਨਾ ਅੱਗੇ ਆਪਾਂ ਵਿਆਹ ਦੇ ਬਾਬਤ ਦੀ ਬਾਤ ਹੋ ਰਹੀ ਹੈ, ਤੇ ਆਪਾਂ ਵਿਆਹ ਦੇ ਸਮੇਂ ਆਪਣੇ ਦੇਖਿਆ ਹੋਏਗਾ ਆਨੰਦ ਸਾਹਿਬ ਦਾ ਪਾਠ ਰਾਈਟ ਵੇ ਗਾ ਕੇ ਰਾਗੀ ਸਾਹਿਬਾਨ ਦੋ ਸ਼ਬਦ ਅਕਸਰ ਪੜ੍ਹਦੇ ਨੇ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਇੱਕ ਤੇ ਉਹ ਹੈ। ਦੂਸਰਾ ਹੈਗਾ ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਰਤਨ ਪਦਾਰਥ ਲਾਦਾ, ਹਉ ਮੈਂ ਰੋਗ ਗਿਆ ਦੁਖ ਨਾਠਾ, ਆਪ ਆਪੈ ਗੁਰਮਤਿ ਖਾਦਾ, ਅਕਾਲ ਮੂਰਤ ਵਰ ਪਾਇਆ, ਬਿਨਾਸੀ ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਹੁਣ ਜਿਹੜਾ ਉਹ ਪ੍ਰਸੰਗ ਆ, ਇਹ ਜਿਹੜਾ ਬਚਨ ਆ ਰਿਹਾ, ਹਰਨਾਮ ਪਿਆਰੇ ਸ਼ਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ। ਉੱਥੇ ਕਿਹਾ ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਅਗਿਆਨ ਅੰਧੇਰ ਗਵਾਇਆ। ਹੁਣ ਜਿਸ ਚੀਜ਼ ਦੇ ਨਾਲ ਵਿਆਹ ਹੋ ਜਾਏ, ਉੱਥੇ ਵਿਆਹ ਤੇ ਦੋ ਇੰਡੀਵਿਜੂਅਲ ਦਾ ਹੋ ਰਿਹਾ, ਤੇ ਮੈਂ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ, ਦੋ ਇੰਡੀਵਿਜੂਅਲ ਰਲ ਕੇ ਮੈਰਿਜ ਇੰਸਟੀਟਿਊਸ਼ਨ, ਵਿਵਾਹ ਸੰਸਥਾ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦੇ ਨੇ, ਇਹ ਵਿਆਹ ਆ। ਹੁਣ ਜਿਹੜਾ ਵਿਆਹ ਇੰਸਟੀਟਿਊਸ਼ਨ ਆ, ਉਹਦੀ ਜਿਹੜੀ ਪਹਿਲਾ ਕ੍ਰਾਈਟੀਰੀਆ ਹੈ, ਉਹਦੇ ਬਾਬਤ ਸਮਝ ਹੋਣੀ, ਉਹਦੇ ਬਾਰੇ ਸੋਝੀ ਹੋਣੀ। ਜਿੰਨਾ ਬੰਦਾ ਗਿਆਨ ਦੇ ਨਾਲ ਵਿਆਹ ਕਰਾਏਗਾ, ਗਿਆਨ ਦੇ ਨਾਲ ਉਹਦੇ ਨਾਲ ਆਪਣੀ ਐਸੋਸੀਏਸ਼ਨ ਬਿਲਡ ਕਰੇਗਾ, ਜ਼ਿੰਦਗੀ ਵਿੱਚੋਂ ਹਨੇਰਾ ਲਏਗਾ, ਅੰਧੇਰਾ ਉਹ ਗਵਾਚ ਹੀ ਜਾਏਗਾ, ਉਹ ਮਿਟੀ ਜਾਏਗਾ ਨਾਲ ਦੀ ਨਾਲ। ਇਹਨੂੰ ਇਸ ਰੂਪ ਵਿੱਚ ਜਾਣਿਆ ਜਾਏ, ਗਿਆਨ ਬੇਸ਼ਕੀਮਤੀ ਚੀਜ਼ ਹੈ। ਇਸ ਤਰ੍ਹਾਂ ਹੈ ਜਿਵੇਂ ਨਜ਼ਰ ਦੀ ਰੌਸ਼ਨੀ ਹੁੰਦੀ ਹੈ, ਇਹ ਕੁਦਰਤ ਬਖਸ਼ਦੀ ਹੈ, ਪਰ ਇਹਦੀ ਸੰਭਾਲ ਵੀ ਕਰਨੀ ਪੈਂਦੀ ਹੈ। ਅਸੀਂ ਜਿੰਨਾ ਫੂਡ ਇਨਟੇਕ ਕਰਦੇ ਹਾਂ, ਇਹਨਾਂ ਅੱਖਾਂ ਨੂੰ ਨਹਾਉਣਾ, ਧੋਣਾ, ਸੰਭਾਲਣਾ, ਇਹ ਸਭ ਚੀਜ਼ਾਂ ਚੱਲਦੀਆਂ ਨੇ ਇਸ ਰੂਪ ਦੇ ਵਿੱਚ। ਐਗਜ਼ੈਕਟਲੀ ਸਾਡੀ ਸੁਰਤ 'ਚ ਵਿਵੇਕ ਵੀ ਹੈ। ਹੁਣ ਉਹ ਵਿਵੇਕ ਜਿਹੜਾ ਆ, ਉਦੋਂ ਸੰਭਾਲਣ ਵਾਸਤੇ ਇਸ ਰੂਪ ਦੇ ਵਿੱਚ ਚੀਜ਼ ਲੈ ਆਉਣੀ। ਜਿਵੇਂ ਸਪੋਜ਼ ਇਹਨੂੰ ਹੋਰ ਸਰਲ ਕਰ ਲਈਏ, ਵਿਆਹ ਸੰਸਥਾ ਫੈਮਿਲੀ ਲਾਈਫ ਦਾ ਧੁਰਾ ਆ। ਜੇ ਆਪਾਂ ਨੇ ਆਪਣੀ ਸੰਭਾਲ ਕਰਨੀ ਹੈ, ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਸਾਹਿਬ ਦੇ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਾ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ, ਦੂਧ ਪਰ ਜੋਬਨ ਭੋਜਨ ਮੁਖ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇਹ ਫੈਮਿਲੀ ਲਾਈਫ ਦੀ ਗੱਲ ਹੋ ਰਹੀ ਹੈ। ਬੰਦਾ ਪਰਿਵਾਰ ਪਾਲਦਾ ਆ, ਪਰਿਵਾਰ ਸੰਭਾਲਦਾ ਆ, ਬੱਚਿਆਂ ਦੀ ਕੇਅਰ ਕਰਦਾ ਆ, ਉਹਨਾਂ ਨੂੰ ਲਾਲਨ ਪਾਲਨ ਕਰਦਾ ਆ। ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਨੇ, ਉਹ ਫਿਰ ਆਪਣੇ ਭੈਣ ਭਰਾਵਾਂ ਦੀ, ਫਿਰ ਆਪਣੇ ਬਜ਼ੁਰਗਾਂ ਦੀ ਫਿਰ ਸਾਂਭ ਸੰਭਾਲ ਕਰਦੇ ਨੇ। ਹੁਣ ਇਹ ਕੀ ਹੈ? ਇੱਕ ਦੂਜੇ ਦੀ ਸਪੋਰਟ ਆ, ਇੱਕ ਦੂਜੇ ਦੀ ਕੇਅਰ ਆ।
ਵਿਵਾਹ ਕਰਾਉਣਾ ਕਾਹਦੇ ਵਾਸਤੇ ਹੈ? ਕੰਪੈਨੀਅਨਸ਼ਿਪ ਵਾਸਤੇ, ਮਦਦ ਵਾਸਤੇ, ਇੱਕ ਦੂਜੇ ਨੂੰ ਸਪੋਰਟ ਕਰਨ ਵਾਸਤੇ, ਇੱਕ ਦੂਜੇ ਦੀ ਕੇਅਰ ਕਰਨ ਵਾਸਤੇ, ਫਿਰ ਉਹਦੇ ਵਿੱਚ ਆਪਣੀ ਕੇਅਰ ਕਰਾਉਣ ਵਾਸਤੇ। ਲੌਂਗ ਰਨ ਦੇ ਵਿੱਚ ਪਰਿਵਾਰ ਸੰਭਾਲ ਕਰਦਾ ਆ। ਮੈਂ ਇੱਥੇ ਸ਼ਾਇਦ ਛੋਟੀ ਜਿਹੀ ਐਗਜ਼ਾਮਪਲ ਜੇ ਦੇਵਾਂ ਤੇ ਉਹਦੇ 'ਚ ਇਹ ਹੈ ਕਿ ਆਮ ਹਾਲਤਾਂ ਦੇ ਵਿੱਚ ਤੇ ਪਰਿਵਾਰਕ ਫੈਮਿਲੀ ਲਾਈਫ ਵਿੱਚ ਬੰਦਾ ਚੱਲੀ ਜਾਂਦਾ ਹੈ। ਐਕਚੁਅਲੀ ਫੈਮਿਲੀ ਦਾ ਪਤਾ ਕਦੋਂ ਲੱਗਦਾ ਹੈ? ਜਦੋਂ ਕੋਈ ਬਿਮਾਰ ਸ਼ਮਾਰ ਹੁੰਦਾ ਹੈ, ਜਦੋਂ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਬਾਤ ਆਉਂਦੀ ਹੈ। ਮੈਨੂੰ ਯਾਦ ਹੈ ਸਾਡੇ ਇੱਥੇ ਇੱਕ ਯੰਗ ਬੱਚੇ ਦੀ ਡੈਥ ਹੋ ਗਈ ਕੁਝ ਸਮਾਂ ਪਹਿਲਾਂ, ਅਤੇ ਉਹ ਕੋਈ ਉਹਨੂੰ ਪ੍ਰੋਬਲਮ ਸੀਗੀ, ਇੱਕ ਤਰ੍ਹਾਂ ਦੀ ਕਰੋਨਿਕ ਡਿਜ਼ੀਜ਼, ਅਤੇ ਉਸ ਨੂੰ ਟ੍ਰੀਟਮੈਂਟ ਵਾਸਤੇ ਇਸ ਸ਼ਹਿਰ ਤੋਂ ਬਾਹਰਲੇ ਸ਼ਹਿਰ ਲੈ ਗਏ। ਤੋ ਜਦੋਂ ਉੱਥੇ ਲੈ ਗਏ ਤਾਂ ਉੱਥੇ ਫਿਰ ਉਸ ਤੋਂ ਬਾਅਦ ਫੈਮਿਲੀ, ਬੜੀ ਕਲੋਜ਼ ਫੈਮਿਲੀ ਵੀ, ਐਕਸਟੈਂਡਡ ਫੈਮਿਲੀ, ਕਾਫੀ ਵੱਡਾ ਪਰਿਵਾਰ ਸੀਗਾ। ਉਹਨੂੰ ਕੰਪਨੀ ਦੇਣ ਵਾਸਤੇ ਉਹਦਾ ਬਿਫੋਰ ਕੋਵਿਡ ਕੰਡੀਸ਼ਨ ਸੀ, ਕਿਉਂਕਿ ਅੱਜ ਕੱਲ੍ਹ ਤੇ ਨਾ ਕਿਸੇ ਨੂੰ ਜਾਣ ਦਿੱਤਾ ਜਾਂਦਾ, ਨਾ ਆਉਣ ਦਿੱਤਾ ਜਾਂਦਾ। ਅਤੇ ਉਹਦੇ ਵਾਸਤੇ ਜਦੋਂ ਉੱਥੇ ਸਾਰੇ ਇੰਨੇ ਫੈਮਿਲੀ ਦੇ ਮੈਂਬਰਸ ਜਾਣ, ਉਹਦੇ ਕੋਲ ਬੈਠਣ, ਉਹਨੂੰ ਵਾਰ-ਵਾਰ ਹਾਏ ਹੈਲੋ ਕਰਨ, ਮਤਲਬ ਇਤਨਾ ਇਸ ਰੂਪ ਦੇ ਸਾਰਾ ਜਮਾਵੜਾ ਰਿਹਾ। ਜਿਹੜੀ ਉਹਦੀ ਨਰਸ ਉੱਥੇ ਕੇਅਰ ਕਰ ਰਹੀ ਸੀਗੀ, ਉਹ ਲਿਟਰਲੀ ਤੌਰ 'ਤੇ ਕਹਿੰਦੀ ਯੂ ਨੋ ਉਸ ਬੱਚੇ ਨੂੰ ਐਡਰੈਸ ਕਰਕੇ ਕਹਿੰਦੀ ਆਈ ਐਮ ਜੈਲਸ। ਕਹਿੰਦੀ ਜਿੰਨੇ ਤੈਨੂੰ ਪਿਆਰ ਕਰਨ ਵਾਲੇ, ਕੇਅਰ ਕਰਨ ਵਾਲੇ ਲੋਕ ਇੱਥੇ ਆ ਰਹੇ ਨਾ, ਸਾਰੇ ਦੇ ਸਾਰੇ, ਇਹਨਾਂ ਸਾਰਿਆਂ ਦਾ ਇੰਨਾ ਪਿਆਰ, ਇੰਨੀ ਚਾਹਤ, ਇੰਨੀ ਲਗਨ ਵੇਖ ਕੇ ਮੇਰਾ ਤੇ ਚੇਤੇ ਕਰਦਾ ਵੀ ਤੈਨੂੰ ਇਸ ਬੈੱਡ ਤੋਂ ਉਠਾ ਦਿਆਂ ਤੇ ਆਪ ਲੰਮੀ ਪੈ ਜਾ, ਤਾਂ ਕਿ ਮੈਂ ਮਰ ਜਾਂ ਤੇਰੇ ਤੋਂ ਪਹਿਲਾਂ। ਬੜਾ ਲਵ, ਬੜਾ ਐਕਚੁਅਲੀ ਕੇਅਰ ਯੂ ਆਰ ਹੈਵਿੰਗ ਓਵਰ ਹੇਅਰ। ਹੁਣ ਆਹ ਜਿਹੜੀ ਚੀਜ਼ ਆ, ਐਕਚੁਅਲ ਲੈਵਲ 'ਤੇ ਅਸੀਂ ਪਿਆਰ ਵੰਡਦੇ ਹਾਂ ਪਰਿਵਾਰਕ ਜੀਵਨ ਦੇ ਵਿੱਚ, ਫਿਰ ਉਹਦੇ ਇਵਜ ਵਿੱਚ ਸਾਨੂੰ ਪਿਆਰ, ਜਿਵੇਂ ਕਹਿੰਦੇ ਕੁਦਰਤ ਦਾ ਨਿਯਮ ਆ, ਤੁਸੀਂ ਇੱਕ ਬੀਜ ਬੀਜਦੇ ਉਹਦੇ ਬਦਲੇ 50-100 ਬੀਜ ਪੈਦਾ ਕਰਕੇ ਕੁਦਰਤ ਵਾਪਸ ਦਿੰਦੀ ਹੈ। ਇਹ ਹੈ ਗ੍ਰਸਤ ਜੀਵਨ, ਇਹ ਹੈ ਪਿਆਰ ਦੀ ਬਾਤ। ਜਿਹੜਾ ਅਗਿਆਨ, ਅੰਧੇਰ, ਗਵਾਏ ਦੀ ਬਾਤ ਹੋ ਰਹੀ ਹੈ, ਉਹ ਇਸ ਰੂਪ ਵਿੱਚ ਆ ਕਿ ਬੰਦਾ ਆਪਣੇ ਵਰੋਂ ਤਾਂ ਸੋਚਦਾ ਕਿ ਮੈਂ ਬੜਾ ਸੈਲਫਿਸ਼ ਹਾਂ, ਮੈਂ ਤਾਂ ਬਸ ਜਿਹੜਾ ਹੈਗਾ ਪਰਿਵਾਰਕ ਜ਼ਿੰਦਗੀ ਕਾਹਦੇ ਲਈ ਐਵੇਂ ਮੁਸੀਬਤ 'ਚ ਪੈਣਾ ਆ, ਕਾਹਦੇ ਲਈ ਕਿਸੇ ਦੀ ਕੇਅਰ ਕਰਨੀ ਹੈ, ਕਾਹਦੇ ਲਈ ਕਿਸੇ ਪ੍ਰਤੀ ਰਾਤ ਨੂੰ ਜਾਗਣਾ ਆ, ਰੋਣਾ ਆ, ਕਲਪਨਾ ਆ, ਛੱਡੋ ਪਰ ਹਕੀਕਤ ਇਹ ਹੈ ਬੰਦਾ ਲੌਂਗ ਰਨ ਦੇ ਵਿੱਚ ਆਪਣਾ ਹੀ ਨੁਕਸਾਨ ਕਰ ਰਿਹਾ, ਕਿਉਂਕਿ ਜਿਹੜਾ ਅਸਲ ਵਿੱਚ ਉਹਦਾ ਬੈਨੀਫਿਟ ਮਿਲਣਾ ਆ ਉਹ ਨਹੀਂ ਇੰਜੋਏ ਕਰ ਪਾ ਰਿਹਾ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਮੈਨੂੰ ਨਾਮ ਦੇ ਜ਼ਰੀਏ ਸ਼ਬਦ ਨੇ ਇਸ ਗੱਲ ਨੂੰ ਨਿਸਤਾਰਾ ਕਰਕੇ ਬਿਲਕੁਲ ਜਿਹੜਾ ਹੈਗਾ ਬਲੈਕ ਐਂਡ ਵਾਈਟ ਵਿੱਚ ਕਲੀਅਰ ਕਰਕੇ ਸਮਝਾ ਦਿੱਤਾ। ਅਗਿਆਨ ਅੰਧੇਰ ਗਵਾਇਆ, ਸੁਰਤ ਵਿੱਚੋਂ ਅਗਿਆਨਤਾ ਅੰਧੇਰਾ ਖਤਮ ਹੋ ਗਿਆ। ਮੈਨੂੰ ਕਿਹਾ ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੀ ਹਰ ਨੂੰ ਪ੍ਰਾਪਤ ਕਰ ਲਿਆ, ਤੇ ਉਹ ਹਰ ਵਕਤ ਅੰਗ ਸੰਗ ਹੈ, ਹਰ ਵਕਤ ਸਹਾਈ ਹੈ। ਕਹਿੰਦੇ ਰੱਬ ਕੋਈ ਸਪੈਸੀਫਿਕ ਸਰੀਰ ਬਣਾ ਕੇ ਤੇ ਇੱਕ ਨਹੀਂ ਨਾ ਆਉਂਦਾ, ਉਹ ਤੇ ਸਾਡੇ ਆਲੇ ਦੁਆਲੇ ਵਿੱਚ ਹੀ ਵਰਤਦਾ। ਜਦੋਂ ਬੰਦਾ ਇਹ ਕਹਿੰਦਾ ਭਾਈ ਤੇ ਰੱਬ ਦੀ ਬਖਸ਼ਿਸ਼ ਹੈ, ਭਾਈ ਹੈ ਬਖਸ਼ਿਸ਼। ਜਿਹੜੇ ਆਲੇ ਦੁਆਲੇ ਹੱਥ ਸਾਂਭਣ ਵਾਲੇ ਨੇ, ਮੁਸ਼ਕਲ ਇੱਕ ਨੂੰ ਹੈ, ਉਹਨੂੰ ਨਜਿੱਠਣ ਵਾਸਤੇ 50 ਦਿਮਾਗ ਸੋਚਣ ਲਈ ਲੱਗੇ ਨੇ। ਇਹ ਕੀ ਹੈ? ਇੰਨੀ ਕੁ ਸਮਝ ਆ ਜਾਏ, ਫਿਰ ਬੰਦਾ ਫੈਮਿਲੀ ਓਰੀਐਂਟਡ ਨਾ ਹੋਏ, ਫਿਰ ਬੰਦਾ ਸੋਸ਼ਲ ਸਟਰਕਚਰ ਦੇ ਵਿੱਚ ਸੁਸਾਇਟੀ ਨੂੰ ਇੱਕ ਚੰਗੇ ਲੈਵਲ 'ਤੇ ਸਹੇਜਣ ਵਾਸਤੇ ਤਿਆਰ ਨਾ ਹੋਏ, ਆਪਣੀ ਫੈਮਿਲੀ ਤੇ ਪਰਿਵਾਰਕ ਨੈਟਵਰਕਿੰਗ ਨਾ ਵਧਾਏ, ਉਸ ਲੈਵਲ 'ਤੇ ਨਾ ਇਨਵੈਸਟ ਕਰੇ, ਕਿਉਂ ਨਹੀਂ ਕਰੇਗਾ? ਆਹ ਹੈ ਵਿਆਹ ਦਾ ਕੌਨਸੈਪਟ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਹਰ ਨਾਮ ਪਿਆਰੇ ਸ਼ਬਦ ਵਿਨਿਸਤਾਰੇ, ਗਿਆਨ ਅੰਧੇਰ ਗਵਾਇਆ। ਗਿਆਨ ਪ੍ਰਚੰਡ ਬਲਿਆ ਘਟ ਚਾਨਣ, ਕਿਉਂਕਿ ਜਦੋਂ ਪ੍ਰਚੰਡ ਗਿਆਨ ਦੀ ਸ਼ਮਾ ਬਲਦੀ ਹੈ ਘਟ ਦੇ ਅੰਦਰ, ਕਰਮ ਅੰਦਰ ਸੁਹਾਇਆ। ਕਰਮ ਅੰਦਰ ਸੁਹਾਇਆ, ਜਿਸ ਸਰੀਰ ਨੂੰ ਕੋਈ ਗਲਵੱਕੜੀ ਪਾਉਣਾ ਚਾਹੁੰਦਾ ਆ, ਕੋਈ ਉਸ ਨੂੰ ਵੇਖਣਾ ਚਾਹੁੰਦਾ ਆ, ਕੋਈ ਉਸ ਨੂੰ, ਤੁਸੀਂ ਦੇਖੋ ਤੇ ਇਹ ਸਿਰਫ ਵਾਸ਼ਨਾ ਵਾਲੇ ਪੱਖ ਤੋਂ ਇਕੱਲੇ ਤੋਂ ਨਾ ਲਿਆ ਜਾਏ। ਆਪ ਦੇਖੋਗੇ ਛੋਟੇ ਛੋਟੇ ਬੱਚੇ ਬਿਲਕੁਲ ਜ਼ਿੰਦਗੀ 'ਚ ਨਵਾਂ ਪੁੰਗਰਦਾ ਹੋਇਆ ਜਿਹੜਾ ਹੈਗਾ ਨੂਰ ਧਰਤੀ 'ਤੇ ਕੁਦਰਤ ਦਾ ਮਨੁੱਖ ਦੇ ਰੂਪ ਦੇ ਵਿੱਚ, ਉਹ ਤੁਹਾਨੂੰ ਆ ਕੇ ਲਾਡੀਆਂ ਲਾਉਂਦਾ, ਗਲਵੱਕੜੀਆਂ ਪਾਉਂਦਾ ਤੁਹਾਡੇ। ਇਹ ਕੀ ਹੈ? ਇਹ ਸਾਰਾ ਇੱਕ ਐਸਾ, ਮਤਲਬ
ਬੰਦੇ ਨੂੰ ਆਪਣੀ ਵੈਲਿਊ ਦਾ ਵੀ ਪਤਾ ਲੱਗਦਾ, ਦੂਜੇ ਦੀ ਵੈਲਿਊ ਦਾ ਵੀ ਪਤਾ ਲੱਗਦਾ। ਇਥੋਂ ਹੀ ਜੀਵਨ ਦੀ ਬੰਦਾ ਵੈਲਿਊ ਕਰਦਾ ਨਾ। ਅਦਰਵਾਈਜ਼ ਹੈ ਤੇ ਮਿੱਟੀ ਹੈ ਸਾਰੀ, ਇਵੋਲਵ ਹੋਈ ਕਿਸੇ ਤਰੀਕੇ ਦੇ ਨਾਲ। ਪ੍ਰਚੰਡ ਸ਼ਮਾ ਦੀ ਰੌਸ਼ਨੀ ਜਦੋਂ ਸੁਰਤ 'ਚ ਉਕਰਦੀ ਹੈ, ਫਿਰ ਬੰਦਾ ਇਸ ਅਸਲ ਰਾਗ ਦੀ ਦਸ਼ਾ ਨੂੰ ਮਾਣਦਾ ਆ। ਤੇ ਫਿਰ ਇਹਦੇ ਵਿੱਚੋਂ ਵਿਰਾਗ ਦੇ ਲੈਵਲ ਤੇ ਜਾਂਦਾ, ਸਾਰਿਆਂ ਨੂੰ ਮਾਣਦਾ, ਪਰ ਇਹਦੇ ਦੋਖ ਨੂੰ ਘਟਾਈ ਜਾਂਦਾ। ਗੁਰੂ ਬਾਬਾ ਜੀ ਨੇ ਤੇ ਬਾਤ ਕੀਤੀ ਘਰ ਮੰਦਰ ਸੁਹਾਇਆ, ਘਰ ਮੰਦਰੇ ਦੀ ਗੱਲ ਕੀਤੀ ਗਈ ਹੈ। ਫਿਰ ਵੀ ਸੋਹਣਾ ਲੱਗਦਾ, ਫਿਰ ਸਾਹਮਣੇ ਵਾਲਾ ਵੀ ਸੋਹਣਾ ਲੱਗਦਾ। ਫਿਰ ਜਿਵੇਂ ਜਿਹਦਾ ਸਭ ਤੋਂ ਵੱਡੀ ਗੱਲ ਕੀਤੀ ਕਿ ਸਪਿਰਿਚੁਅਲਿਟੀ ਦੀ, ਭਾਰਤੀ ਖਿੱਤੇ ਦੇ ਵਿੱਚ ਵੀ ਬੜਾ ਉੱਥੇ ਜਪ ਤਪ ਕਰਨ ਵਾਲੇ ਲੋਕ, ਉਹ ਜਪ ਤਪ ਸਰੀਰ ਖਰਾਬ ਕਰਦੇ ਹੋ ਸਾਰਾ, ਜਪਾਂ ਦੇ ਜ਼ਰੀਏ, ਤਪਾਂ ਦੇ ਜ਼ਰੀਏ, ਇਹ ਸਭ ਚੀਜ਼ਾਂ ਦੇ ਵਿੱਚ। ਇੱਥੇ ਗੁਰੂ ਬਾਬਾ ਜੀ ਗ੍ਰਸਤ ਦੇ ਰਾਹ ਤੇ ਤੋਰਦੇ ਦੀ ਸੰਭਾਲ ਦੀ ਗੱਲ ਕਰਦੇ। ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲੇਗਾ ਤਾਂ ਜੇ ਘਰ ਮੰਦਰ ਸੁਹਾਇਆ। ਜੇ ਚੰਗਾ ਲੱਗੇਗਾ ਤੇ ਇਹ ਚੰਗਾ ਤਾਂ ਹੀ ਲੱਗੇਗਾ ਜੇ ਇਸ ਕ੍ਰਾਈਟੀਰੀਆ ਨੂੰ ਫੋਲੋ ਕਰਦਾ ਲਗਾ ਜਾਏਗਾ। ਤੇ ਅਗਲਾ ਬਚਨ ਲਿਖਿਆ ਹੈ, ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ। ਤਨ ਮਨ ਅਰਪ ਸ਼ਿੰਗਾਰ ਬਣਾਏ। ਹੁਣ ਇਹ ਸ਼ਿੰਗਾਰ ਇੱਕ ਤੇ ਹੈ ਵੀ ਚੰਗਾ ਲੱਗਣਾ, ਬੰਦਾ ਬਾਹਰੋਂ ਇਹਨੂੰ ਪੋਲਿਸ਼ ਵਗੈਰਾ ਕਰਦਾ ਆ। ਤਨ ਮਨ ਅਰਪ, ਕਿਸੇ ਹਾਇਰ ਥਾਟ ਨੂੰ ਸਮਰਪਿਤ ਹੋ ਕੇ ਇਹਨੂੰ ਸ਼ਿੰਗਾਰ ਲੈਣਾ। ਅਸਲ ਜਿਹੜੀ ਚੀਜ਼ ਹੈ, ਬੰਦੇ ਦੀ ਕਰਤੂਤ ਚੰਗੀ ਹੋਏ, ਕਰਮ ਚੰਗਾ ਹੋਏ, ਜਿਹਨੂੰ ਅਸੀਂ ਕਹਿੰਦੇ ਐਕਸ਼ਨਸ। ਜੇ ਚੰਗੇ ਨਹੀਂ, ਫਿਰ ਜਿੰਨਾ ਮਰਜ਼ੀ ਸ਼ਿੰਗਾਰ ਲਓ। ਜਿਹਨੂੰ ਸਾਹਿਬ ਨੇ ਕਿਹਾ ਕਿ ਜਿਵੇਂ ਮਿਰਤਕ ਨੂੰ ਤੁਸੀਂ ਚੰਦਨ ਲਾਉਂਦੇ ਹੋ, ਸ਼ਿੰਗਾਰਦੇ ਹੋ, ਜਿਹਦੇ 'ਚੋਂ ਇਨਸਾਨ ਮਰ ਗਿਆ ਆ, ਭਾਈ ਫਿਰ ਤੇ ਕਿਸੇ ਕੰਮ ਦਾ ਨਹੀਂਗਾ। ਹਾਂ, ਜੇ ਜਿਹਨੂੰ ਕਿਹਾ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਪਸ਼ੂ ਬ੍ਰਿਤੀ ਨੂੰ ਮਾਰੋ, ਫਿਰ ਬਹੁਤ ਆਪਣੇ ਵੀ ਕਾਰਜ ਸਵਾਰੇਗਾ, ਕਿਸੇ ਦੇ ਵੀ ਸਵਾਰੇਗਾ। ਜ਼ਿਕਰ ਆਇਆ ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ। ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ। हे ਨਾਨਕ, ਜਿਸ ਨੂੰ ਮਿਲਣ ਵਾਸਤੇ ਆਪਾਂ ਤੜਪ ਰਹੇ ਹਾਂ ਨਾ, ਉਹ ਆਪਣੀ ਗਲਵਕੜੀ 'ਚ ਲੈ ਲਏਗਾ, ਸਾਨੂੰ ਅੰਕ ਸਮਾ ਲਏਗਾ ਆਪਣੇ। ਪਰ ਕਦੋਂ? ਜੋ ਪ੍ਰਭ ਕਹੈ ਸੋਈ ਪਰ ਕੀਜੈ। ਸੋਈ ਪਰ ਕੀਜੈ ਐਜ਼ ਇਟ ਇਜ਼, ਅਕੋਰਡਿੰਗ ਟੂ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਸ ਕ੍ਰਾਈਟੀਰੀਆ, ਉਸ ਉਪਦੇਸ਼ ਹੁਕਮ ਦੇ ਮੁਤਾਬਕ ਬੰਦਾ ਉਵੇਂ ਕਰਨ ਲਈ ਤਿਆਰ ਹੋ ਜਾਏ। ਅਗਲੇ ਜਿਹੜਾ ਰਹਿੰਦਾ ਪਤਾ ਹੈ ਇਹਦੇ ਵਿੱਚ ਇਹਦੀ ਅਗਲੀ ਫਰਦਰ ਐਕਸਪਲੇਨੇਸ਼ਨ ਤੇ ਐਕਸਟੈਂਸ਼ਨ ਇਹਦੀ ਮੌਜੂਦ ਆ, ਜਿਹਦੀ ਬਾਤ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਇੱਕ ਵਾਰ ਫਿਰ ਉਹਨਾਂ ਕਿਰਸਾਨ ਮਾਈ ਭਾਈ ਵਾਸਤੇ ਅਰਦਾਸ ਕਰਦੇ ਹਾਂ, ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਦੇਵੇ, ਸਫਲਤਾ ਉਹਨਾਂ ਨੂੰ ਫਤਿਹ ਨਸੀਬ ਹੋਵੇ। ਇਹ ਦਿਲੀ ਅਰਦਾਸ ਆ। ਇੰਨੀ ਕੁ ਮਿੰਨਤੀਆਂ ਨਾਲ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।